ਗੁਰੂ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਅੱਜ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੋਈ ਬਾਣੀ ਸਿੱਧ ਦੀ ਵਿਚਾਰ ਆਰੰਭ ਕਰਨ ਜਾ ਰਹੇ ਹਾਂ, ਜਿਸ ਦੇ ਬਾਰੇ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਰੇ ਤੇ ਯੋਗ ਮਤ ਦੇ ਬਾਰੇ ਕੁਝ ਚਰਚਾ ਕਰਾਂਗੇ। ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਬਚਨ ਬਖਸ਼ਿਸ਼ ਕੀਤਾ ਹੈ। ਬਾਬਾ ਦੇਖੈ ਧਿਆਨ ਆਈ ਪਰ ਹੈ ਬਾਬੇ ਭੇਖ ਬਣਾਇਆ ਚੜਿਆ ਸੋਧ ਧਰਤ ਲੁਕਾਈ। ਇਸ ਦੁਨੀਆ ਦੇ ਵਿੱਚ ਰਹਿੰਦੇ ਸੰਸਾਰ ਮਾਤਰ ਨੂੰ ਦੇਣ ਧਰਤ ਲੁਕਾਈ ਨੂੰ ਸੋਧਣ ਦੇ ਲਈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਕੱਲਾ ਭਾਰਤ ਹੀ ਨਹੀਂ, ਸ਼੍ਰੀਲੰਕਾ, ਤਿੱਬਤ, ਨੇਪਾਲ, ਭੂਟਾਨ, ਬਰਮਾ, ਅਫਗਾਨਿਸਤਾਨ, ਤੁਰਕਿਸਤਾਨ, ਅਰਬ, ਇਰਾਕ ਤੱਕ ਦੇ ਦੇਸ਼ਾਂ ਤੱਕ ਵੀ ਗਏ। ਕੁਝ ਕੁ ਵਿਦਵਾਨਾਂ ਦਾ ਇਹ ਵੀ ਕਥਨ ਆ ਕਿ ਰੂਸ ਵੀ ਗੁਰੂ ਪਾਤਸ਼ਾਹ ਜੀ ਗਏ। ਕੁਝ ਵਿਦਵਾਨਾਂ ਦੇ ਅਨੁਸਾਰ ਗੱਲ ਹੈ। ਪਰਮਾਤਮਾ ਜੀ ਤੋਂ ਸੱਚ ਦਾ ਗਿਆਨ ਪ੍ਰਾਪਤ ਕਰਕੇ ਉਸ ਗਿਆਨ ਨੂੰ ਆਪਣੇ ਤੱਕ ਹੀ ਹਰ ਇੱਕ ਚੰਗਾ ਜੀਵਨ ਜਿਉਣ ਦਾ ਮਾਰਗ ਦਾ ਉਪਦੇਸ਼ ਦੱਸਦੇ ਗਏ। ਆਪਣੇ ਪ੍ਰਚਾਰਕ ਸਫ਼ਰਾਂ ਦੇ ਵਿੱਚ ਉਦਾਸੀਆਂ ਦੇ ਦੌਰਾਨ ਗੁਰੂ ਪਾਤਸ਼ਾਹ ਜੀ ਇਕੱਲਾ ਇਸ ਸੰਸਾਰ ਦੇ ਵਿੱਚ ਰਹਿੰਦੇ ਜਿੰਨੇ ਵੀ ਧਾਰਮਿਕ ਆਗੂ ਸਨ, ਵੱਖ-ਵੱਖ ਮਜ਼ਹਬਾਂ ਦੇ, ਜਿਵੇਂ ਬੋਧੀ, ਕਾਜੀ, ਸੂਫੀ ਸੰਤ, ਬਾਮ ਮਾਰਗੀਏ ਤੇ ਵੈਸ਼ਨਵ ਮਾਰਗ ਵਾਲੇ, ਇਹਨਾਂ ਨੇ ਵਿਚਾਰ ਚਰਚਾਵਾਂ ਕੀਤੀਆਂ। ਨੂੰ ਪਾਵਨ ਬਚਨ ਸੁਣਦੇ ਹਾਂ, ਅਕਸਰ ਪੜ੍ਹਦੇ ਹਾਂ। ਸਤਨਾਮ ਪੜ੍ਹ ਮੰਤਰ ਸੁਣਾਇਆ। ਸਤ ਦਾ ਅਰਥ ਹੈ ਸਦੀਵੀ ਹੋਂਦ, ਸਦੀਵੀ ਸੱਚ ਨਾਮਣਾ। ਜਿਹੜਾ ਸਦੀਵੀ ਹੈ, ਜਿਸ ਨੂੰ ਗੁਰੂ ਸਾਹਿਬ ਨੇ ਆਪ ਹੀ ਕੀਤਾ ਹੈ, ਲਿਖਿਆ ਹੈ, ਆਦਿ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ। ਜਿੰਨੀ ਵੀ ਵਿਚਾਰ ਚਰਚਾ ਹੋਈ, ਕੀ ਹੋਇਆ, ਉਸ ਇਲਾਹੀ ਇਲਮ ਦੇ ਨਾਲ
ਉਸ ਖਸਮ ਦੀ ਬਾਣੀ ਦੇ ਨਾਲ ਪਾਤਸ਼ਾਹ ਜੀ ਨੇ ਵੱਡੇ ਵੱਡੇ ਧਾਰਮਿਕ ਆਗੂਆਂ ਨੂੰ, ਰਾਜਿਆਂ ਮਹਾਰਾਜਿਆਂ, ਆਮ ਹਰੇਕ ਵਰਗ ਦੇ ਲੋਕਾਂ ਨੂੰ ਬਾਣੀ ਦੇ ਜੋ ਉਪਦੇਸ਼ਾਂ ਨੂੰ, ਉਸ ਸਾਰੀ ਹੀ ਸਿੱਖਿਆ ਨੂੰ ਗੁਰੂ ਪਾਤਸ਼ਾਹ ਜੀ ਨੇ ਨਾਲ ਹੁੰਦੇ ਹੀ ਬਕਾਇਦਾ ਤੌਰ ਤੇ, ਜਿੱਥੇ ਭਾਈ ਮਰਦਾਨਾ ਜੀ ਨਾਲ ਨਾਲ ਹੀ ਉਹ ਬਾਣੀ ਦੇ ਹਰਫਾਂ ਨੂੰ ਕਾਗਜ਼ਾਂ ਦੇ ਉੱਪਰ ਉਤਾਰਾ ਕਰ ਲਿਆ। ਜਿੰਨੇ ਵੀ ਧਰਮ ਮਜ਼ਹਬ ਜਾਤੀਆਂ ਹੋਈਆਂ ਚੋਂ ਮੈਂ ਜਿਹੜਾ ਯੋਗ ਮਤ ਸੀ, ਜਿਨ੍ਹਾਂ ਦਾ ਰਿਧੀਆਂ ਸਿੱਧੀਆਂ ਦੇ ਵਿੱਚ ਬਹੁਤਾਤ ਇਲਾਕਾ ਉਹਨਾਂ ਨੇ ਇਸ ਅਲੌਕਿਕ ਸ਼ਕਤੀ ਆਪਣਾ ਪ੍ਰਭਾਵ ਪਾਇਆ ਹੋਇਆ ਸੀ ਤੇ ਇਹਨਾਂ ਦਾ ਆਪਣਾ ਫਲਸਫਾ ਇਹ ਸਭ ਤੋਂ ਵੱਡੀ ਤਾਕਤ ਮੰਨਦੇ ਇਹਨਾਂ ਦੇ ਕੋਲ ਹੈ ਕਿਸੇ ਨੂੰ ਹੀ ਬਹੁਤ ਵੱਡੀ ਤਾਕਤ। ਪਰ ਜਦੋਂ ਗੁਰੂ ਸਾਹਿਬ ਦੀਆਂ ਇਹਨਾਂ ਦੇ ਨਾਲ ਮੁਲਾਕਾਤਾਂ ਹੋਈਆਂ, ਮਿਲਣੀ ਦੇ ਵਿੱਚ ਜੋਗੀਆਂ ਨੇ ਕਰਾਮਾਤਾਂ ਤੇ ਆਪਣੇ ਮਤ ਦੇ ਸਿਧਾਂਤਾਂ ਗੁਰੂ ਭਰਮਾਉਣ ਦਾ ਯਤਨ ਕੀਤਾ, ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ, ਇਹ ਵੀ ਕਹਿ ਸਕਦੇ। ਪਰ ਹਰ ਵਾਰ ਭਰਮਾਉਣ ਦੀ ਕੋਸ਼ਿਸ਼ ਕੀਤੀ, ਪਰ ਗੁਰੂ ਸਾਹਿਬ ਜੀ ਦੇ ਗੁਰਮਤ ਫਲਸਫੇ ਦੇ ਅੱਗੇ ਅਖੀਰ ਵਿੱਚ ਇਹਨਾਂ ਨੂੰ ਸੀਸ ਨਿਵਾਉਣਾ ਪਿਆ। ਇੱਕ ਵਾਰ ਮਿਲਣ ਤੇ ਬਹੁਤ ਲੰਮੀਆਂ ਚਰਚਾਵਾਂ ਵਿਚਾਰਾਂ ਹੁੰਦੀਆਂ ਰਹੀਆਂ। ਇੱਥੇ ਗੱਲ ਇਹ ਵੀ ਸਾਨੂੰ ਸਮਝਣ ਨੂੰ ਮਿਲਦੀ ਹੈ ਕਿ ਅੱਜ ਦੇ ਸਾਡੇ ਜਿੰਨੇ ਵੀ ਬੁਲਾਰੇ ਕਹਿ ਲਈਏ, ਪ੍ਰਚਾਰਕ ਕਹਿ ਲਈਏ, ਜਾਂ ਸਟੇਜਾਂ ਦੇ ਉੱਤੋਂ ਵੱਡੇ ਪੱਧਰ ਉੱਤੇ ਲੋਕਾਂ ਨੂੰ ਗਿਆਨ ਵੰਡਣ ਵਾਲੇ ਕਹਿ ਲਈਏ, ਜੋ ਗੁਰਬਾਣੀ ਵਿਚਾਰ ਦੱਸਦੇ ਨੇ, ਸਹਿਜ ਤੇ ਸੰਜਮ ਦੀ ਆਮ ਕਰਕੇ ਸਾਨੂੰ ਲੰਮੇ ਸਮੇਂ ਤੋਂ ਇੱਕ ਕਈ ਇਤਿਹਾਸਕਾਰਾਂ ਨੇ ਵੀ ਇਸ ਗੱਲ ਨੂੰ ਦਰਜ ਕੀਤਾ ਹੈ ਕਿ ਜਦੋਂ ਗੁਰੂ ਸਾਹਿਬ ਜੀ ਜਾ ਕੇ ਇਹਨਾਂ ਸਿੱਧਾਂ ਨੂੰ, ਜੋਗੀਆਂ ਨੂੰ ਜੰਗਲਾਂ ਬੇਲਿਆਂ ਦੇ ਵਿੱਚ ਜਾਂ ਪਰਬਤਾਂ ਪਹਾੜਾਂ ਗੁਫਾਵਾਂ ਦੇ ਵਿੱਚ ਮਿਲਦੇ ਸਨ, ਤਾਂ ਆਮ ਕਰਕੇ ਗੁਰੂ ਸਾਹਿਬ ਜੀ ਪਹਿਲਾਂ ਜਾ ਕੇ ਉਹਨਾਂ ਨੂੰ ਸੁਣਦੇ ਸਨ ਵੀ ਇਹਨਾਂ ਦਾ ਪੱਖ ਕੀ ਹੈ, ਇਹਨਾਂ ਦੇ ਕੋਲ ਕੀ ਕੁਝ ਗਿਆਨ ਦੀ ਪ੍ਰਾਪਤੀ ਹੈ, ਕਿਉਂਕਿ ਲੋਕ ਇਹਨਾਂ ਨੂੰ ਬਹੁਤ ਮੰਨਦੇ ਪੂਜਦੇ ਸਨ ਵੀ ਇਹਨਾਂ ਵਰਗਾ ਜੀਵਨ ਕਿਸੇ ਦਾ ਨਹੀਂ, ਇਹ ਬਹੁਤ ਉੱਚੇ ਹਨ, ਰੱਬ ਦੀ ਤਰ੍ਹਾਂ ਹਨ। ਪਰ ਗੁਰੂ ਸਾਹਿਬ ਨੇ ਜਾ ਕੇ ਉਹਨਾਂ ਨੂੰ ਪਹਿਲਾਂ ਵੇਖਿਆ ਵੀ ਇਹ ਕਰ ਕੀ ਰਹੇ ਨੇ, ਇਹਨਾਂ ਅੰਦਰ ਚੱਲ ਕੀ ਰਿਹਾ ਹੈ, ਇਹਨਾਂ ਦੀਆਂ ਕਿਰਿਆਵਾਂ ਕੀ ਨੇ, ਇਹਨਾਂ ਦੀ ਬੋਲੀ ਕੀ ਹੈ, ਇਹਨਾਂ ਦਾ ਪਹਿਰਾਵਾ ਕੀ ਹੈ। ਤੇ ਲੰਮੀ ਵਿਚਾਰ ਚਰਚਾ ਹੋਣੀ ਸੰਭਵ ਹੀ ਤਾਂ ਸੀ ਕਿਉਂਕਿ ਗੁਰੂ ਸਾਹਿਬ ਪਹਿਲਾਂ ਉਹਨਾਂ ਨੂੰ ਸੁਣਦੇ ਸਨ ਵੀ ਤੁਸੀਂ ਦੱਸੋ, ਬੋਲੋ, ਤੁਹਾਡਾ ਕੀ ਹੈ, ਉਸ ਤੋਂ ਬਾਅਦ ਫਿਰ ਮੈਂ ਦੱਸਾਂਗਾ, ਤੁਹਾਨੂੰ ਸੁਣਨਾ ਪਵੇਗਾ। ਪਰ ਅੱਜ ਜੇਕਰ ਕਿਸੇ ਵੀ ਪ੍ਰਚਾਰਕ ਨੂੰ, ਕੋਈ ਵੀ ਇਨਸਾਨ ਸੁਣਨ ਵਾਲਾ, ਬਾਣੀ ਪੜ੍ਹਨ ਵਾਲਾ ਕੋਈ ਸਵਾਲ ਕਰ ਦੇਵੇ ਨਾ, ਤਾਂ ਉਸ ਸਵਾਲ ਦਾ ਜਵਾਬ ਦੇਣ ਦੀ ਥਾਂ ਤੇ ਅੱਗ ਬਬੂਲੇ ਹੋ ਜਾਂਦੇ ਆ।
ਗੁਰਬਾਣੀ ਨੇ ਨਾ ਗਿਆਨ ਦੇ ਹੰਕਾਰ ਨੂੰ ਬਹੁਤ ਸੂਖਸ਼ਮ ਹੰਕਾਰ ਕਿਹਾ ਹੈ। ਸਤਿਗੁਰੂ ਕਹਿੰਦੇ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਕਹਿੰਦੇ ਪੜ੍ਹਿਆ ਹੋਇਆ ਮੂਰਖ ਆਖਿਆ ਜਾਂਦਾ, ਬੇਅਕਲ ਬੇਵਕੂਫ ਆਖਿਆ ਜਾਂਦਾ, ਜਿਹੜਾ ਆਪਣੇ ਗਿਆਨ ਦੇ ਉੱਤੇ ਪੜ੍ਹੇ ਹੋਏ ਉੱਤੇ ਹੰਕਾਰ ਕਰਦਾ ਤੇ ਲੋਭ ਲਾਲਚ ਕਰਦਾ, ਭਾਵ ਕਿ ਉਹਨੂੰ ਵੇਚਦਾ। ਅੱਜ ਸਾਡੇ ਵਿੱਚ ਬਹੁਤਾ ਇਹੀ ਹੈ। ਪਰ ਬਹੁਤ ਵਿਰਲੇ ਨੇ ਜਿਹੜੇ ਸਹਿਜ ਦੇ ਵਿੱਚ ਰਹਿ ਕੇ ਗੱਲ ਨੂੰ ਸੁਣਦੇ ਨੇ, ਉਹਨੂੰ ਵਿਚਾਰਦੇ ਨੇ, ਫਿਰ ਉਸ ਪੱਖ ਨੂੰ ਅੱਗੇ ਬਿਆਨ ਕਰਦੇ, ਉਹਦਾ ਜਵਾਬ ਦਿੰਦੇ ਨੇ। ਇਹ ਅੱਜ ਦੇ ਸਾਡੇ ਪ੍ਰਚਾਰਕਾਂ ਵਾਂਗੂ ਨਹੀਂ ਵੀ ਕਿਸੇ ਲਾਈਕ ਡਿਸਲਾਈਕ ਦੇ ਉੱਤੇ ਹੀ ਖੜ ਗਏ ਅਸੀਂ ਆ ਕੇ। ਇਹ ਸਾਡੇ ਵਾਲੇ ਹਾਲਾਤ ਨਹੀਂ ਅੱਜ ਹੈ ਵੀ ਸਾਡੇ ਅੰਦਰ ਕੇਵਲ ਤੇ ਕੇਵਲ ਇੱਕੋ ਗੱਲ ਵੀ ਅਸੀਂ ਸੋਸ਼ਲ ਮੀਡੀਆ ਉੱਤੇ ਆਪਣਾ ਕੁਝ ਪਾਇਆ, ਉਸ ਨੂੰ ਵੇਖਣਾ ਵੀ ਕਮੈਂਟ ਕਿਹਨੇ ਕੀ ਕੀਤਾ, ਕਿਸ ਨੇ ਕੀ ਕੀਤਾ। ਅਸੀਂ ਸਾਰਾ ਸਮਾਗਮੀ ਉਹ ਕਮੈਂਟਾਂ ਉੱਤੇ, ਲਾਈਕ ਉੱਤੇ ਤੇ ਜਾਂ ਸ਼ੇਅਰ ਸਬਸਕ੍ਰਾਈਬਰਾਂ ਦੇ ਉੱਤੇ ਲਾ ਦਿੱਤਾ ਜਾਂਦਾ। ਗਿਆਨ ਦੀ ਗੱਲ ਤਾਂ ਪਾਸੇ ਰਹਿ ਗਈ ਨਾ। ਆਪਣੇ ਆਪ ਨੂੰ ਪਾਤਸ਼ਾਹ ਜੀ ਤਾਂ ਇੱਥੋਂ ਤੱਕ ਬਖਸ਼ਿਸ਼ ਕਰ ਰਹੇ ਨੇ ਬਾਣੀ ਦੇ ਵਿੱਚ। ਦੇਖੋ ਸਤਿਗੁਰੂ ਕਹਿੰਦੇ ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਕਹਿੰਦੇ ਮੈਂ ਆਪਣਾ ਕੋਈ ਵੀ ਬੋਲ ਜਾਣਦਾ ਹੀ ਨਹੀਂ, ਮੇਰੀ ਆਪਣੀ ਕੋਈ ਗੱਲ ਨਹੀਂ, ਮੈਂ ਸਾਰਾ ਕੁਝ ਉਸ ਹੁਕਮ ਦੇ ਵਿੱਚ ਬਖਸ਼, ਜੋ ਮੈਨੂੰ ਮਿਲਿਆ ਉਹ ਅੱਗੇ ਵੰਡ ਦਿੱਤਾ। ਇਹੀ ਸੀ ਨਾ। ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿਧਾਂਤ ਹੀ ਇਹ ਹੈ। ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਜਿਹੜਾ ਆਪ ਜਪਦਾ ਹੈ ਸੱਚ ਨੂੰ, ਸਦੀਵ ਹੋਂਦ ਨੂੰ, ਸੱਚ ਹੋ ਕੇ ਚੱਲਦਾ ਤੇ ਅੱਗੇ ਸੱਚ ਬਣਾਉਂਦਾ ਹੈ, ਅੱਗੇ ਸੱਚ ਭੇਜਦਾ ਹੈ, ਅੱਗੇ ਸੱਚ ਨਾਲ ਜੋੜਦਾ ਹੈ, ਨਾਮਣੇ ਨਾਲ ਜੋੜਦਾ ਹੈ, ਸਦੀਵੀ ਹੋਂਦ ਦੇ ਨਾਲ ਜੋੜਦਾ। ਜਿੰਨਾ ਚਿਰ ਸਦੀਵੀ ਹੋਂਦ ਨਾਲ ਨਹੀਂ ਜੁੜਦੇ ਉਨਾ ਚਿਰ ਸਾਡੇ ਅੰਦਰੋਂ ਇਹ ਹੰਕਾਰ, ਈਰਖਾ, ਵੈਰ ਵਿਰੋਧ ਮਿਟ ਨਹੀਂ ਸਕਦਾ। ਤੇ ਸਿੱਧ ਗੋਸ਼ਟ ਜਿਹੜੀ ਬਾਣੀ ਹੈ ਇਹ ਵਿਚਾਰਾਂ ਦੇ ਨਾਲ ਹੋਈ, ਉਹ ਸਾਰੀ ਵਿਚਾਰ ਨੂੰ ਨਾਮ ਦਿੱਤਾ ਗਿਆ ਸਿੱਧ ਗੋਸ਼ਟ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ 31 ਰਾਗ ਹਨ। 31 ਰਾਗਾਂ ਦੇ ਵਿੱਚੋਂ ਰਾਮ ਰਾਗ ਦੇ ਵਿੱਚ ਪਾਵਨ ਅੰਗ 938 46 ਤੱਕ ਇਹ ਬਾਣੀ ਦਰਜ ਹੈ। ਗੋਸ਼ਟ ਦਾ ਜਿਹੜਾ ਅਰਥ ਹੈ, ਪ੍ਰੋਫੈਸਰ ਪਿਆਰਾ ਸਿੰਘ ਪਦਮ ਲਿਖਦੇ ਨੇ, ਕਹਿੰਦੇ ਬਹਿਸ ਜਾਂ ਵਿਚਾਰ ਚਰਚਾ। ਬਹਿਸ ਦਾ ਅਰਥ ਇਹ ਨਹੀਂ ਵੀ ਬੋਲ ਕਬੋਲ ਬੋਲਣੇ, ਬੋਲਾਂ ਤੋਂ ਬਾਅਦ ਡਾਂਗੋਂ ਸੋਟੀ ਹੋ ਜਾਣਾ, ਨਹੀਂ। ਬਹਿਸ ਦਾ ਅਰਥ ਹੈ ਕਿਸੇ ਇੱਕ ਵਿਸ਼ੇ ਨੂੰ ਲੈ ਕੇ, ਗੱਲ ਨੂੰ ਲੈ ਕੇ ਉਹਦੇ ਉੱਤੇ ਬਹਿਸ ਕਰਨੀ, ਦਲੀਲਾਂ ਦੇਣੀਆਂ, ਵਿਚਾਰ ਚਰਚਾ। ਪਿਆਰਾ ਸਿੰਘ ਪਦਮ ਅੱਗੇ ਲਿਖਦੇ ਨੇ, ਕਹਿੰਦੇ ਇਹ ਜਿਹੜਾ ਗੋਸ਼ਟ ਦਾ ਵਿਚਾਰ ਚਰਚਾ ਦਾ ਤਰੀਕਾ ਏ, ਇਹ ਪ੍ਰਾਚੀਨ ਸਾਹਿਤ ਰੂਪ ਆ, ਜਿਸ ਵਿੱਚ ਕੋਈ ਵੀ ਮਸਲਾ ਹੋਵੇ ਉਸਨੂੰ ਸਵਾਲ ਤੇ ਜਵਾਬ ਰਾਹੀਂ ਹੱਲ ਕੀਤਾ ਜਾਂਦਾ ਹੈ। ਜਿਵੇਂ ਕਿ ਕਿਸੇ ਜੱਜ ਦੇ ਅੱਗੇ ਕੋਈ ਮੁਜਰਮ ਕੈਦੀ ਦੀ ਪੇਸ਼ੀ ਪੈਂਦੀ ਹੈ ਤੇ ਦੋਨੇ ਧਿਰਾਂ ਦੇ ਵਕੀਲ ਉਹ 'ਤੇ ਬਹਿਸ ਕਰਦੇ ਨੇ ਕੇਸ 'ਤੇ। ਉਸ ਬਹਿਸ ਦੇ ਵਿੱਚੋਂ ਜੱਜ ਫਿਰ ਅੱਗੇ ਉਹਦਾ ਜਵਾਬ ਚੁਣਦਾ ਹੈ, ਸਵਾਲਾਂ 'ਚੋਂ, ਸਵਾਲ ਤੇ ਜਵਾਬ। ਜੇਕਰ ਹੋਰ ਪ੍ਰਾਚੀਨ ਦੇਖੀਏ ਤਾਂ ਹਿੰਦੀ ਤੇ ਪੰਜਾਬੀ ਸਾਹਿਤ ਵਿੱਚ ਇੱਦਾਂ ਦੀਆਂ ਜਿਹੜੀਆਂ ਚਰਚਾਵਾਂ ਨੇ ਨਾ, ਉਹ ਬਹੁਤ ਮਿਲ ਜਾਂਦੀਆਂ ਨੇ, ਜਿੱਥੇ ਦੋ ਕਵੀ ਬਹਿ ਕੇ ਚਰਚਾਵਾਂ ਕਰਦੇ ਨੇ, ਦੋ ਵਿਦਵਾਨ ਬਹਿ ਕੇ ਗੱਲਾਂ ਕਰਦੇ ਨੇ, ਵਿਚਾਰਾਂ ਕਰਦੇ ਨੇ, ਤੇ ਜਿਨ੍ਹਾਂ ਦੇ ਅੰਦਰ ਕਿਤੇ ਨਾ ਕਿਤੇ ਤਾਰਕਿਕ ਪੱਖ ਵੀ ਹੈ ਤੇ ਅਧਿਆਤਮਕ, ਮਜ਼੍ਹਬੀ, ਜਿੰਨੇ ਵੀ ਅਕੀਦੇ ਨੇ ਉਹਨਾਂ ਦੀ ਪਰਖ ਤੇ ਪੜਤਾਲ ਕੀਤੀ ਗਈ ਆ ਗੋਸ਼ਟਾਂ ਦੇ ਵਿੱਚ। ਜਿਵੇਂ ਆਮ ਕਰਕੇ ਸਿੱਧ ਸਾਹਿਤ ਵਿੱਚ ਨਾ
ਕਈ ਗੋਸ਼ਟੀਆਂ ਮਿਲਦੀਆਂ ਜਿਵੇਂ ਮਹਾਦੇਵ ਗੋਰਖ ਗੋਸ਼ਟ, ਗੋਰਖ ਗਣੇਸ਼ ਗੋਸ਼ਟ, ਗੋਰਖ ਦੱਤ ਗੋਸ਼ਟ ਇਤਿਆਦਿ ਬਹੁਤ ਜ਼ਿਆਦਾ ਇੱਦਾਂ ਦੀਆਂ ਚਰਚਾਵਾਂ ਆਮ ਕਰਕੇ ਪੁਰਾਤਨ ਜਿਹੜੇ ਪ੍ਰਾਚੀਨ ਗ੍ਰੰਥ ਮੰਨੇ ਗਏ ਨੇ ਉਹਨਾਂ ਦੇ ਵਿੱਚ ਇਹ ਮਿਲ ਜਾਂਦੀਆਂ ਨੇ। ਇਹ ਗੋਸ਼ਟ ਦੇ ਉੱਤੇ ਪਿਆਰਾ ਸਿੰਘ ਪਦਮ ਦੀ ਵਿਚਾਰ ਹੈ। ਸਿੱਧ ਗੋਸ਼ਟ ਦੀ ਬਾਣੀ ਤੋਂ ਇਹ ਗੱਲ ਸਾਫ਼ ਪਤਾ ਲੱਗ ਜਾਂਦੀ ਹੈ ਕਿ ਸਿੱਧਾਂ ਜੋਗੀਆਂ ਨੇ ਆਪਣੇ ਮਤ ਦੀ ਵਿਆਖਿਆ ਕਰਕੇ ਉਸ ਦੀ ਜਿਹੜੀ ਵਡਿਆਈ ਆ ਗੁਰੂ ਜੀ ਨੂੰ ਅੱਗੇ ਸਲਾਹ ਦਿੱਤੀ, ਗੁਰੂ ਨਾਨਕ ਪਾਤਸ਼ਾਹ ਜੀ ਨੂੰ, ਕਿ ਉਹ ਵੀ ਆਪਣਾ ਘਰ-ਬਾਰ ਤਿਆਗ ਦੇਣ, ਯੋਗ ਆਈ ਪੰਥ ਧਾਰਨ ਕਰ ਲੈਣ। ਹੁਣ ਆਈ ਪੰਥ ਕੀ ਹੈ? ਇਹਨਾਂ ਯੋਗ ਮਤ ਦੇ ਬਾਰੇ ਆਪਾਂ ਅੱਗੇ ਵੀ ਵਿਚਾਰ ਕਰਾਂਗੇ। 12 ਪੰਥ ਮੰਨੇ ਗਏ ਨੇ ਇਹਨਾਂ ਦੇ ਯੋਗ ਮਤ ਦੇ ਵਿੱਚ, 12 ਤਰ੍ਹਾਂ ਦੇ। ਉਹਨਾਂ ਵਿੱਚੋਂ ਸ੍ਰੇਸ਼ਟ ਪੰਥ ਮੰਨਿਆ ਗਿਆ ਆਈ ਪੰਥ। ਬਾਣੀ ਵਿੱਚ ਵੀ ਜਪਜੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ, ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ ਦੀ ਗੱਲ ਆ ਉੱਥੇ ਆਈ ਪੰਥ ਅਰਥ ਹੈ ਸ੍ਰੇਸ਼ਟ, ਉੱਚਮ, ਉੱਤ ਦਰਜੇ ਦਾ। ਤੇ ਜੋਗੀਆਂ ਦੇ ਵਿੱਚ ਆਈ ਪੰਥ ਉਹਨੂੰ ਕਹਿੰਦੇ ਜਿਹੜਾ ਸਭ ਤੋਂ ਸਿਖਰਲਾ ਹੁੰਦਾ ਸੀ, ਉੱਪਰਲਾ। ਤੇ ਯੋਗ ਮਤ ਦੀ ਕਮਾਈ ਕਰਨ, ਪਰ ਗੁਰੂ ਪਾਤਸ਼ਾਹ ਜੀ ਨੇ ਜੋਗੀਆਂ ਸੰਸਾਰੀ ਜੀਵਨ ਗ੍ਰਸਤ ਮਾਰਗ ਨੂੰ ਪ੍ਰਧਾਨਤਾ ਹੈ। ਸਮਝਾਇਆ ਕਿ ਜਿੰਨੀ ਵੀ ਇਹ ਸੰਸਾਰ ਹੈ, ਖਲਕਤ ਹੈ, ਇਸ ਨੂੰ ਹੀ ਆਈ ਪੰਥ ਸਮਝਣ, ਸ੍ਰੇਸ਼ਟ ਪੰਥ ਇਹੀ ਹੈ। ਤੇ ਸ਼ਬਦ ਗੁਰੂ ਦੇ ਰਸਤੇ ਉੱਤੇ ਚੱਲ ਕੇ ਆਪਣਾ ਜੀਵਨ, ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋਗੀਆਂ ਨੂੰ ਇਹ ਗੱਲ ਸਮਝਾਈ, ਜੋਗੀ ਹੈਰਾਨ ਰਹਿ ਗਏ। ਜੋਗੀ ਕਰਨਾ ਕੁਝ ਹੋਰ ਚਾਹੁੰਦੇ ਸੀ, ਸਿੱਧ ਕਰਨਾ ਕੁਝ ਹੋਰ ਚਾਹੁੰਦੇ ਸੀ, ਵੀ ਇਹ ਬਾਲਕ ਨਾ ਵੀ ਕਿਵੇਂ ਦਰਸ਼ਨ ਲੇਵੈ ਇਹ ਬਾਲਾ। ਦਰਸ਼ਨ ਕਹਿੰਦੇ ਨੇ ਵੀ ਸਾਡੇ ਯੋਗ ਮਤ ਦੇ ਵਿੱਚ ਇਹ ਬਾਲਕ, ਭਾਵ ਕਿ ਗੁਰੂ ਨਾਨਕ ਸਾਹਿਬ ਜੀ, ਉਮਰ ਬਹੁਤ ਛੋਟੀ ਉਦੋਂ, ਵੀ ਇਹ ਕਿਵੇਂ ਸਾਡੇ ਵਿੱਚ ਆ ਸਕੇ, ਕਿਉਂਕਿ ਇੰਨਾ ਗਿਆਨਵਾਨ, ਸੱਚ ਦਾ ਧਾਰਨੀ ਹੈ ਜਿਹੜਾ ਇੱਥੇ ਤੱਕ ਪਹੁੰਚ ਕਰ ਚੁੱਕਿਆ ਹੈ, ਵੀ ਉਹ ਜੇਕਰ ਸਾਡੇ ਵਿੱਚ ਆ ਜਾਵੇ ਤਾਂ ਉਹ ਸਾਡੇ ਮਤ ਨੂੰ ਹੋਰ ਕਿੰਨਾ ਕੁ ਅੱਗੇ ਲਿਜਾ ਸਕਦਾ ਹੈ। ਪਰ ਗੁਰੂ ਜੀ ਦੀ ਸਿੱਖਿਆ ਦੇ ਉੱਤੇ ਅਨੇਕ ਤਰ੍ਹਾਂ ਦੇ ਸਵਾਲ ਵੀ ਕੀਤੇ, ਜਿਵੇਂ ਸਿੱਖ ਮਤ ਕੀ ਹੈ, ਮਨੋਰਥ ਕੀ ਹੈ, ਮਹਾਨਤਾ ਕੀ ਹੈ, ਗੁਰੂ ਕੀ ਹੈ, ਗੁਰੂ ਕਿਉਂ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ, ਗੁਰੂ ਦੇ ਮਿਲਣ ਦੀ ਨਿਸ਼ਾਨੀ ਕੀ ਹੈ, ਸ਼ਬਦ ਕੀ ਹੈ, ਸ਼ਬਦ ਦਾ ਵਾਸਾ ਕਿੱਥੇ ਹੁੰਦਾ, ਜਗਤ ਰਚਨਾ ਤੋਂ ਪਹਿਲਾਂ ਸ਼ਬਦ ਕਿੱਥੇ ਵਸਦਾ ਸੀ, ਮਾਇਆ ਤੋਂ ਮੁਕਤ ਹੋਇਆ ਜਾ ਸਕਦਾ, ਪ੍ਰਾਪਤੀ ਕਿਵੇਂ ਹੋ ਸਕਦੀ ਹੈ, ਸੰਸਾਰ ਸਮੁੰਦਰ ਦੇ ਵਿੱਚੋਂ ਕਿਵੇਂ ਤਰਿਆ ਜਾ ਸਕਦਾ ਹੈ, ਗਿਆਨ ਪ੍ਰਾਪਤੀ ਦਾ ਢੰਗ ਕੀ ਹੈ, ਸ਼ਾਂਤੀ ਕਿਵੇਂ ਮਿਲ ਸਕਦੀ ਹੈ, ਮੌਤ ਦੇ ਡਰ ਤੋਂ ਕਿਵੇਂ ਬਚਾਅ ਹੋ ਸਕਦਾ ਹੈ, ਮਨ ਟਿਕਾਉਣ ਦਾ ਕੀ ਸਾਧਨ ਹੈ, ਸ੍ਰਿਸ਼ਟੀ ਦੀ ਉਤਪੱਤੀ ਕਿਵੇਂ ਹੋਈ, ਸੰਸਾਰ ਦੀ ਉਤਪੱਤੀ ਕਿਵੇਂ ਹੋਈ, ਸੰਸਾਰ ਦੀ ਉਤਪੱਤੀ ਤੋਂ ਪਹਿਲਾਂ ਰੱਬ ਕਿੱਥੇ ਰਹਿੰਦਾ ਸੀ। ਇੱਦਾਂ ਦੇ ਆਦਿ ਸਵਾਲ ਇਸ ਸਾਰੀ ਸਿੱਧ ਗੋਸ਼ਟ ਜੋਗੀਆਂ ਨੇ ਗੁਰੂ ਪਾਤਸ਼ਾਹ ਜੀ ਦੇ ਨਾਲ ਚਰਚਾਵਾਂ ਕੀਤੀਆਂ। ਜਿਹੜੇ ਅੱਜ ਵੀ ਕਹਿੰਦੇ ਨਾ ਰੱਬ ਕਿੱਥੇ ਹੈ, ਕਈ ਕੁਦਰਤ ਨੂੰ ਰੱਬ ਕਹਿ ਰਹੇ, ਹੋਰ ਰੱਬ ਕੋਈ ਹੈ ਹੀ ਨਹੀਂ, ਇੱਦਾਂ ਦੇ ਸਵਾਲਾਂ ਦੇ ਜਵਾਬ ਸਾਨੂੰ ਸਿੱਧ ਗੋਸ਼ਟ ਬਾਣੀ ਦੇ ਵਿੱਚੋਂ ਮਿਲ ਜਾਣਗੇ। ਗੁਰੂ ਪਾਤਸ਼ਾਹ ਜੀ ਨੇ ਜੋਗੀਆਂ ਦੇ ਇਹਨਾਂ ਸਾਰਿਆਂ ਸਵਾਲਾਂ ਦਾ ਜਵਾਬ ਚੰਗੇ ਢੰਗ ਦੇ ਨਾਲ ਦਿੱਤਾ ਹੈ। ਸਵਾਲਾਂ ਦੇ ਜਵਾਬਾਂ ਦੀ ਜਿਹੜੀ ਵਿਆਖਿਆ ਗੁਰੂ ਪਾਤਸ਼ਾਹ ਜੀ ਨੇ ਕੀਤੀ ਆ, ਉਹ ਸਾਰੀ ਆਪਾਂ ਬਾਣੀ ਦੇ ਵਿੱਚੋਂ ਨਾਲ ਹੁੰਦੇ
ਨਾਨਕ ਪਾਤਸ਼ਾਹ ਜੀ ਨੇ ਗੁਰੂ ਆਪ ਸਭ ਨੂੰ ਹੀ ਪਤਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਜੀਵਨ ਹੈ, ਜੋ ਵਿਦਵਾਨਾਂ ਦੀ ਰਾਏ ਦੇ ਮੁਤਾਬਕ ਮੰਨ ਲਈਏ ਤਾਂ 70.5 ਸਾਲ ਬਣਦਾ ਹੈ। ਪ੍ਰਕਾਸ਼ ਆਪ ਨੂੰ ਪਤਾ ਕਿ ਆਪਾਂ ਜੀਵਨ ਕਾਲ ਦੇ ਵਿੱਚ ਬਤੀਤ ਕੀਤਾ 1469 ਤੋਂ ਲੈ ਕੇ 1539 ਤੱਕ। ਗੁਰੂ ਪਾਤਸ਼ਾਹ ਜੀ ਨੇ ਜਦੋਂ ਉਹ 10 ਕੋ ਤਾਂ ਪੰਡਤ ਹਰਦਿਆਲ ਸੀ। ਇਸਤਰੀ ਨੂੰ ਛੱਡ ਕੇ 3 ਵਰਨਾਂ ਨੂੰ ਜਨੇਊ ਪਾਇਆ ਜਾਂਦਾ ਹੈ, ਜਿਹਦੇ ਵਿੱਚ ਬ੍ਰਾਹਮਣ, ਵੈਸ਼ ਤੇ ਖੱਤਰੀ। ਜਨੇਊ ਬ੍ਰਾਹਮਣ ਮੱਤ ਜਾਣਾ, ਮੱਤ ਦੇ ਵਿੱਚ ਆ ਜਾਣਾ। ਪਰ ਗੁਰੂ ਪਾਤਸ਼ਾਹ ਜੀ ਨੇ ਪੰਡਤ ਹਰਦਿਆਲ ਨੂੰ ਸਵਾਲ ਹੀ ਐਸੇ ਪੁੱਛੇ ਕਿ ਜਿਨ੍ਹਾਂ ਦਾ ਜਵਾਬ ਦੇ ਸਾਰੇ ਨੂੰ ਖਤਰਾ ਪੈ ਗਿਆ। ਜਵਾਬ ਕਹਿਣ ਲੱਗੇ, ਕੱਚੇ ਧਾਗੇ ਦਾ ਜਨੇਊ ਨਹੀਂ ਪਾਉਣਾ। ਇੱਕ ਬੱਚੇ ਨੇ, ਬਾਲਕ ਨੇ ਧਾਰਮਿਕ ਬੰਗਾਰ। ਇਸ ਤੋਂ ਬਾਅਦ ਆਪਣੀ ਵਿਚਾਰਧਾਰਾ ਦੇ ਪ੍ਰਚਾਰ ਦੇ ਵਿੱਚ ਗੁਰੂ ਸਾਹਿਬ ਜੀ ਜੁਟ, ਜੋ ਅਕਾਲ, ਜੋ ਖਸਮ ਦੀ ਬਾਣੀ ਸੀ, ਨਿਤ ਹੋਵੇ ਕੀਰਤਨ ਨਰੋਆ। ਸਾਲ ਦੇ ਵਿੱਚ ਰੱਬੀ ਇਲਮ ਦਾ ਜਿਹੜਾ ਗਿਆਨ ਦਿੱਤਾ ਜਾਵੇ। ਗੁਰੂ ਸਾਹਿਬ ਜੀ 1470 ਤੋਂ ਅਕਤੂਬਰ 1504 ਤੱਕ ਤਕਰੀਬਨ 35.5 ਕੁ ਸਾਲ ਦਾ ਸਮਾਂ, 7 ਸਾਲਾਂ ਦੇ ਵਿੱਚ ਪਾਂਧੇ ਦੇ ਕੋਲ ਪੜ੍ਹਨ ਜਾਣਾ, ਫਿਰ 10 ਸਾਲਾਂ ਦੇ ਵਿੱਚ ਜਨੇਊ ਦੀ ਰਸਮ, 18 ਸਾਲ ਦੇ ਵਿੱਚ ਗੁਰੂ ਪਾਤਸ਼ਾਹ ਜੀ ਦਾ ਕਾਰਜ ਹੋਇਆ, ਵਿਆਹ ਬਾਬਾ ਮੂਲ ਚੰਦ ਦੀ ਧੀ ਬੀਬੀ ਸੁਲੱਖਣੀ ਜੀ ਦੇ ਨਾਲ। ਸੰਤਾਨ ਉਹਨਾਂ ਦੀ ਹੋਈ ਸ਼੍ਰੀ ਚੰਦ ਤੇ ਲక్ష్ਮੀ ਦਾਸ ਜੀ। ਉਮਰ ਤਕਰੀਬਨ 20 ਸਾਲ ਸੀ ਤੇ ਵਿੱਚ ਕਹਾਣੀਆਂ ਆਮ ਤਕਰੀਬਨ ਜਦੋਂ ਉਮਰ 34 ਕੁ ਸਾਲ ਦੀ ਹੋਈ ਤਾਂ ਉਦੋਂ ਸਾਡੇ ਸਾਹਮਣੇ ਆਉਂਦੀ ਹੈ ਵੀ ਭੁੱਖੇ ਸਾਧੂਆਂ, ਜਿੱਥੇ ਭੋਜਨ ਕਰਾਉਣਾ ਭੁੱਖੇ ਸਾਧੂਆਂ ਨੂੰ, ਉੱਥੇ ਉਹਨਾਂ ਨੂੰ ਨਾਲ ਨਾਲ ਕਾਰੋਬਾਰ ਵਿਹਾਰ ਕਰਨ ਦੇ ਲਈ ਪਰਿਵਾਰਾਂ ਦੇ ਵਿੱਚ ਬੱਚਿਆਂ ਦੇ ਨਾਲ ਰਹੋ ਹੈ ਦੀ ਮਹਾਨਤਾ ਦਿੱਤੀ ਹੈ। ਉਮਰ 35 ਸਾਲ ਦੀ ਹੋਈ ਤਾਂ ਨਾਨਕੀ ਜੀ ਦੇ ਪਤੀ ਭਾਈ ਜੈ ਰਾਮ ਜੀ ਪਾਸ ਸੁਲਤਾਨਪੁਰ ਵੱਡੀ ਦੇ ਪਾਤਸ਼ਾਹ ਜੀ ਚਲੇ ਗਏ। ਤਕਰੀਬਨ ਜੋ ਮੰਨਿਆ ਗਿਆ ਹੈ ਅਕਤੂਬਰ ਬਾਬਾ ਦੌਲਤ ਖਾਂ ਦੇ ਕੋਲ ਗੁਰੂ ਪਾਤਸ਼ਾਹ ਜੀ ਨੇ ਮੋਦੀ ਖਾਨੇ ਦੇ ਵਿੱਚ ਮੋਦੀ ਖਾਨੇ ਦੀ ਸੁੱਖ ਤੇ ਗੁਰੂ ਚਾਹੁੰਦਾ ਵੀ ਇੱਕ ਦਿਨ ਬੇਈ ਨਦੀ ਦੇ ਵਿੱਚ ਵੀ ਅਲੋਪ ਹੋ ਗਏ।
ਅਲੋਪ ਹੋਏ ਜਾਂ ਇੱਕ ਗਹਿਰੇ ਚਿੰਤਨ ਦੇ ਵਿੱਚ ਗੁਰੂ ਸਾਹਿਬ ਜੀ ਚਲੇ ਗਏ, ਜਿਹੜੇ ਕਈ ਦਿਨਾਂ ਬਾਅਦ, ਭਾਵ ਕਿ 2-3 ਦਿਨਾਂ ਬਾਅਦ ਵਾਪਸ ਪਾਤਸ਼ਾਹ ਜੀ ਫਿਰ ਸੁਲਤਾਨਪੁਰ ਦੇ ਉਸ ਵਾਸੀ ਤਾਂ ਭਾਵ ਕਿ ਮਨੁੱਖ ਦੇ ਵਿੱਚ ਕੋਈ ਭੇਦਭਾਵ ਨਹੀਂ, ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦਾ। ਉਸ ਮਾਲਕ ਨੇ ਸਭ ਨੂੰ ਇੱਕੋ ਜਿਹੇ ਬਣਾਇਆ। ਬਾਣੀ ਦੇ ਵਿੱਚੋਂ ਵਚਨ ਵੀ ਪੜ੍ਹਦੇ ਹਾਂ ਆਪਾਂ ਕਿ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਵਾਰਾ ਜੀਓ, ਜਾਂ ਵਚਨ ਪੜ੍ਹਦੇ ਹਾਂ ਤੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ। ਸ਼ਾਹੀ ਜਿੱਥੇ ਇਮਾਮ ਨੂੰ ਵੀ ਇਲਮ ਦਿੱਤਾ, ਮਸਜਿਦ ਦੇ ਵਿੱਚ ਸੱਚੀ ਭਗਤੀ ਦਾ ਉਪਦੇਸ਼ ਦਿੱਤਾ ਵੀ ਸੱਚੀ ਭਗਤੀ ਕੀ ਹੈ। ਹੁਣ ਇੱਥੋਂ ਹੀ ਧਰਤ ਲੁਕਾਈ ਨੂੰ ਸੋਧਣ ਦੇ ਲਈ ਗੁਰੂ ਪਾਤਸ਼ਾਹ ਜੀ ਨੇ ਚਾਲੇ ਪਾ ਦਿੱਤੇ। ਦੇਖੋ ਇੱਥੇ ਹੀ ਬਹੁਤ ਵੱਡੀ ਗੱਲ ਹੈ, ਗੁਰੂ ਪਾਤਸ਼ਾਹ ਜੀ ਨੇ ਕਿੰਨੀ ਮਹਾਨਤਾ ਬਖਸ਼। ਇੱਕ ਆਮ ਕਰਕੇ ਨਾ ਸਾਡੇ ਸਮਾਜ ਵਿੱਚ ਕਹਾਵਤ ਵਰਤੀ ਜਾਂਦੀ ਹੈ ਵੀ ਭੈਣ ਘਰ ਭਾਈ ਕੁੱਤਾ, ਸਹੁਰੇ ਘਰ ਜਵਾਈ ਕੁੱਤਾ। ਨਹੀਂ ਪਿਆਰ ਵਾਲਿਓ, ਸਮਝਣ ਦੀ ਗੱਲ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਜ਼ਿੰਦਗੀ ਦਾ ਵਡੇਰਾ ਸਮਾਂ ਭੈਣ ਨਾਨਕੀ ਜੀ ਦੇ ਪਿੰਡ ਹੀ ਬਤੀਤ ਕੀਤਾ, ਭਾਈਆ ਜੈ ਰਾਮ ਜੀ ਦੇ ਕੋਲ। ਉੱਥੇ ਹੀ ਕਿਰਤ ਕਮਾਈ ਕੀਤੀ, ਉੱਥੇ ਹੀ ਲੋਕਾਂ ਨੂੰ ਉਪਦੇਸ਼ ਉੱਥੋਂ ਹੀ ਸ਼ੁਰੂ ਕੀਤਾ, ਉੱਥੋਂ ਹੀ ਪਹਿਲੀ ਉਦਾਸੀ ਸ਼ੁਰੂ ਹੁੰਦੀ ਹੈ। ਫਿਰ ਅਸੀਂ ਇਹ ਗੱਲ ਕਿਵੇਂ ਕਹਿ ਸਕਦੇ ਹਾਂ ਵੀ ਭੈਣ ਘਰ ਇੱਦਾਂ ਦੇ ਲਫ਼ਜ਼ ਕਿਉਂ ਵਰਤੀਏ ਜੀ? ਸਾਨੂੰ ਤਾਂ ਗੁਰੂ ਪਾਤਸ਼ਾਹ ਜੀ ਨੇ ਕਿੱਡੀ ਵੱਡੀ ਮਹਾਨ ਬਖਸ਼ਿਸ਼ ਕੀਤੀ ਹੈ, ਤੇ ਫਿਰ ਇਹ ਗੱਲ ਕਹਿ ਦੇਣੀ ਜੀ ਵੀ ਸਹੁਰੇ ਘਰ ਜਵਾਈ ਨਹੀਂ। ਪਿਆਰਿਓ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਭਾਈ ਜੇਠਾ ਜੀ ਉਹਨਾਂ ਦੇ ਜਵਾਈ ਬਣ ਕੇ ਬਹੁਤ ਸਮਾਂ ਰਹੇ। ਉਸ ਤੋਂ ਬਾਅਦ ਗੁਰੂ ਰਾਮਦਾਸ ਪਾਤਸ਼ਾਹ ਜੀ ਬਣੇ, ਗੁਰਤਾ ਗੱਦੀ ਮਿਲੀ ਉਹਨਾਂ ਨੂੰ। ਉਹਨਾਂ ਦੀ ਧੀ ਦੇ ਨਾਲ ਵਿਆਹ ਹੋਇਆ ਸੀ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਭਾਈ ਜੇਠਾ ਜੀ ਨੂੰ ਆਪ ਚੁਣ ਕੇ ਉਹਨਾਂ ਨੂੰ ਨਵਾਜਿਆ ਸੀ, ਤੇ ਉੱਥੇ ਹੀ ਰਹਿੰਦੇ ਹੁੰਦੇ ਸੀ ਗੁਰੂ ਪਾਤਸ਼ਾਹ ਜੀ। ਸੋ ਪਹਿਲੀ ਉਦਾਸੀ ਸ਼ੁਰੂ ਹੁੰਦੀ ਹੈ ਸਤੰਬਰ 1507 ਤੋਂ ਦਸੰਬਰ 1515 ਤੱਕ ਦਾ ਸਫ਼ਰ ਹੈ। ਤਕਰੀਬਨ ਸਮਾਂ 8 ਸਾਲ ਦਾ। ਕਿੱਧਰ ਗਏ? ਹਿੰਦੂ ਤੀਰਥਾਂ ਵੱਲ। ਭੇਖਾਂ, ਅੰਧ ਵਿਸ਼ਵਾਸਾਂ, ਕਰਮ ਕਾਂਡਾਂ ਨੂੰ ਤਿਆਗਣ ਅਤੇ ਪਰਮਾਤਮਾ ਦੀ ਸਿਫਤ ਸਲਾਹ ਕਰਨ ਦਾ ਉਪਦੇਸ਼ ਦਿੱਤਾ। ਬਹੁਤ ਵੱਡੇ ਪੱਧਰ ਉੱਤੇ ਜਿਹੜੇ ਹਿੰਦੂ ਤੀਰਥ ਸਨ, ਉਹਨਾਂ ਉੱਤੇ ਭਰਮ ਭੁਲੇਖੇ, ਅੰਧ ਵਿਸ਼ਵਾਸ ਹੁੰਦੇ ਸਨ, ਉਹਨਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਉੱਥੇ ਜਾ ਕੇ ਤੋੜਿਆ, ਜਿਹਦੇ ਵਿੱਚ ਐਮਨਾਬਾਦ, ਹਰਿਦੁਆਰ। ਐਮਨਾਬਾਦ ਉਹ ਹੈ ਜਿੱਥੇ ਭਾਈ ਲਾਲੋ ਜੀ ਨੂੰ ਮਿਲੇ ਤੇ ਮਲਕ ਭਾਗੋ ਦਾ ਹੰਕਾਰ ਤੋੜਿਆ। ਇਮਾਨਦਾਰੀ ਦੀ ਸੱਚੀ ਸੁੱਚੀ ਕਿਰਤ ਨੂੰ ਗੁਰੂ ਪਾਤਸ਼ਾਹ ਜੀ ਨੇ ਪਿਆਰ ਤੇ ਤਾਕਤ ਬਖਸ਼ੀ। ਫਿਰ ਗਏ ਹਰਿਦੁਆਰ, ਜਿੱਥੇ ਜਾ ਕੇ ਸੂਰਜ ਨੂੰ ਪਾਣੀ ਦੇਣ ਦੀ ਗੱਲ ਆਉਂਦੀ ਏ। ਵੱਡੇ ਵੱਡੇ ਗਿਆਨੀਆਂ ਦਾ, ਉੱਥੇ ਪੰਡਤਾਂ ਦਾ ਹੰਕਾਰ ਤੋੜਿਆ। ਫਿਰ ਗੋਰਖਮਤਾ, ਇੱਥੇ ਵੀ ਇੱਕ ਜੋਗੀਆਂ ਦੇ ਨਾਲ ਗੋਸ਼ਟ ਹੁੰਦੀ ਹੈ। ਅਯੁੱਧਿਆ, ਪ੍ਰਯਾਗ, ਇਲਾਹਾਬਾਦ, ਬਨਾਰਸ, ਗਇਆ, ਗੁਹਾਟੀ, ਢਾਕਾ, ਜਗਨਨਾਥਪੁਰੀ, ਸਿੰਗਲਾਦੀਪ, ਲੰਕਾ, ਉਜੈਨ, ਬੜੌਦਾ, ਦੁਆਰਕਾ, ਆਬੂ ਪਰਬਤ, ਅਜਮੇਰ, ਪੁਸ਼ਕਰ, ਮਥੁਰਾ, ਦਿੱਲੀ, ਕੁਰਕਸ਼ੇਤਰ, ਇਹ ਥਾਵਾਂ ਦੇ ਉੱਤੇ ਗੁਰੂ ਪਾਤਸ਼ਾਹ ਜੀ ਗਏ। ਤੇ ਦੂਜੀ ਉਦਾਸੀ ਸੀ ਸਤੰਬਰ 1517 ਤੋਂ ਦਸੰਬਰ 1518 ਤੱਕ। ਸਮਾਂ ਬਣਦਾ ਤਕਰੀਬਨ 1.25 ਸਾਲ। ਇਹ ਵੀ ਹਿੰਦੂ ਧਰਮ ਦੇ ਡੇਰਿਆਂ ਵੱਲ ਗੁਰੂ ਪਾਤਸ਼ਾਹ ਜੀ ਨੇ ਕੂਚ ਕੀਤਾ ਸੀ। ਇਸ ਉਦਾਸੀ ਦੇ ਵਿੱਚ ਜਿਵੇਂ ਕਿ ਕਾਂਗੜਾ, ਜਵਾਲਾਮੁਖੀ ਪਰਬਤ ਤੇ ਰਵਾਲਸਰ, ਮਣੀਕਰਨ, ਸਮੇਰ ਪਰਬਤ, ਸਿੱਕਮ, ਤਿੱਬਤ, ਸ਼੍ਰੀਨਗਰ, ਮਟਨ ਸਾਹਿਬ, ਅਮਰਨਾਥ, ਵੈਸ਼ਨੋ ਦੇਵੀ, ਸਿਆਲਕੋਟ, ਪਸਰੂਰ, ਇਹ ਪਾਤਸ਼ਾਹ ਜੀ ਤਕਰੀਬਨ 1.25 ਸਾਲ ਦੇ ਵਿੱਚ ਇੰਨੇ ਕੁ ਥਾਵਾਂ ਦੇ ਉੱਤੇ ਗਏ। ਤੀਜੀ ਉਦਾਸੀ ਸਨ 1518 ਤੋਂ
1521 ਤੱਕ 3 ਸਾਲ ਦਾ ਸਮਾਂ ਗੁਰੂ ਪਾਤਸ਼ਾਹ ਜੀ ਨੇ ਇਸਲਾਮਕ ਮਤ ਮਜ਼ਹਬ ਜਾਂ ਕੂਚ ਕੀਤਾ। ਤੋਲੰਬੇ ਦੀ ਧਰਤੀ, ਮੱਕਾ, ਮਦੀਨਾ, ਬਗਦਾਦ, ਬਲਖ, ਕਾਬਲ, ਪਿਸ਼ੌਰ, ਇਹਨੂੰ ਗੋਰਖਾ ਹਟੜੀ ਵੀ ਕਹਿੰਦੇ ਸੀ, ਹਸਨ ਅਬਦਾਲ, ਸੈਦਪੁਰ, ਇਹ ਚੇਤਾ ਰੱਖੋ ਗੁਰੂ ਪਾਤਸ਼ਾਹ ਜੀ ਇੰਨੇ ਸਾਰੇ ਆਪਣੇ ਸਮੇਂ ਕਾਲ ਦੇ ਵਿੱਚ 8 ਸਾਲ ਤਕਰੀਬਨ ਪਹਿਲੇ ਸਾਲ, ਉਸ ਤੋਂ ਬਾਅਦ ਸਵਾ ਸਾਲ, 9 ਤੇ ਤਕਰੀਬਨ 12 ਸਾਲ ਦੇ ਉਦਾਸੀਆਂ ਦੇ ਸਫ਼ਰ ਦੇ ਵਿੱਚ ਜੇਕਰ ਗੁਰੂ ਪਾਤਸ਼ਾਹ ਜੀ ਸਭ ਤੋਂ ਵੱਧ ਜ਼ਿਆਦਾ ਸਮਾਂ ਵਕਤ ਬਤੀਤ ਕੀਤਾ ਰੁਕੇ ਨੇ, ਤਾਂ ਗੁਰੂ ਪਾਤਸ਼ਾਹ ਜੀ ਐਮਨਾਬਾਦ ਦੀ ਧਰਤੀ ਦੇ ਉੱਤੇ ਤਕਰੀਬਨ ਸਮਾਂ 25 ਦਿਨ ਪਹਿਲੀ ਉਦਾਸੀ ਦੇ ਵਿੱਚ ਐਮਨਾਬਾਦ ਜਾ ਕੇ ਰੁਕੇ ਨੇ, ਤੇ 5 ਦਿਨ ਤੀਜੀ ਉਦਾਸੀ ਤੋਂ ਮੁੜਦੇ ਸਮੇਂ ਜਦੋਂ ਬਾਬਰ ਦਾ ਹਮਲਾ ਹੋ ਜਾਂਦਾ ਤੀਜੀ ਉਦਾਸੀ ਵੇਲੇ, ਤੇ ਉਦੋਂ ਬਾਅਦ ਚੋਂ ਆਉਂਦੇ ਨੇ ਬਾਬਰ ਦੇ ਹਮਲੇ ਤੋਂ। ਆਦਿਕ ਥਾਵਾਂ ਤੇ ਗਏ ਜਿੱਥੇ ਆਪਣੇ ਲੋਕਾਂ ਨੂੰ ਰੋਜ਼ੇ ਰੱਖਣੇ, ਸੁੰਨਤ ਕਰਾਉਣਾ, ਮਕਬਰਿਆਂ ਦੀ ਪੂਜਾ ਕਰਨੀ, ਭੇਖ ਧਾਰਨ ਕਰਨੇ ਆਦਿ ਤੋਂ ਵਰਜਿਆ ਤੇ ਸਮਝਾਇਆ ਇੱਕ ਸਤਨਾਮ ਦੇ ਵਿੱਚ ਆਪਣਾ ਜੀਵਨ ਬਤੀਤ ਕਰੋ, ਬੰਦਗੀ ਕਰੋ, ਆਪਣੀ ਜ਼ਿੰਦਗੀ ਨੂੰ ਉੱਚਮਤਾ ਤੇ ਸੁੱਚਮਤਾ ਬਖਸ਼ਿਸ਼ ਕਰੋ। ਤੇ ਇਹ ਵੀ ਸਮਝਾਇਆ ਕਿ ਰੱਬ ਕਿਤੇ ਵੀ 7ਵੇਂ ਅਸਮਾਨ ਤੇ ਨਹੀਂ ਰਹਿੰਦਾ ਜਾਂ ਕੇਵਲ ਇਕੱਲੇ ਕਾਬੇ ਵਿੱਚ ਨਹੀਂ ਰਹਿੰਦਾ, ਉਹ ਮਾਲਕ ਪਰਮਾਤਮਾ ਵਿਆਪਕ ਹੈ। ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਾਂ ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਇਹ ਗਿਆਨ ਤੇ ਵਾਪਸੀ ਦੇ ਉੱਤੇ ਸੈਦਪੁਰ ਗੁਰੂ ਪਾਤਸ਼ਾਹ ਜੀ ਨੂੰ ਐਮਨਾਬਾਦ ਆ ਕੇ ਜੋ ਤੀਜੀ ਉਦਾਸੀ ਉੱਥੇ ਬਾਰੇ ਜਿਹੜਾ ਵਿਆਖਿਆਨ ਆਉਂਦਾ ਹੈ ਉਹ ਸਾਨੂੰ ਗੁਰਬਾਣੀ ਵਿੱਚੋਂ ਵੀ ਫਰਮਾਨ में आवे खसम की बाणी तैसड़ा करी ज्ञान वे लालो, पाप की जंज लै काबलों धाया, जोरी मंगे दान वे लालो ਦੀ ਗੱਲ ਹੈ। ਭਾਵ ਕਿ ਬਾਬਰ ਦੇ ਫੌਜੀਆਂ ਨੇ ਗੁਰੂ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕੈਦ ਕਰ ਲਿਆ ਤੇ ਉੱਥੇ ਪਾਤਸ਼ਾਹ ਜੀ ਨੇ 3 ਆਸਾ ਰਾਗ ਵਿੱਚ ਬਾਬਰ ਦੇ ਅਤਿਆਚਾਰਿਆਂ ਤੇ ਜਿਹੜੀ ਲੋਕ ਪੁਣੇ ਨੂੰ ਨਾ ਗੁਰੂ ਪਾਤਸ਼ਾਹ ਜੀ ਨੇ ਨਿੰਦਿਆ ਕਿ ਭੋਗ ਨਾ ਬਣੋ। ਮਨੁੱਖ ਦਾ ਸਿਮਰਨ ਕਰਦੇ ਹੋਏ, ਨਾਮ ਜਪਦੇ ਹੋਏ ਨਿਰਭਉ ਤੇ ਨਿਰਵੈਰ ਦੇ ਵਿੱਚ ਜੀਵਨ ਬਤੀਤ, ਇਹੀ ਸਦਾਚਾਰੀ ਜੀਵਨ ਜੀਵੇ ਤੇ ਉਹ ਖੱਜਲ ਖੁਆਰੀ ਤੋਂ ਬਚ ਸਕਦਾ ਹੈ। ਕਿ ਸਤੰਬਰ 1539 ਇੱਥੇ ਹੀ ਜੀਵਨ ਬਤੀਤ ਕਰਦੇ ਨੇ, ਜਿਸ ਦੇ ਵਿੱਚ ਆਪ ਸੱਚ ਦੇ ਨਾਲ ਜੁੜਨਾ, ਲੋਕਾਂ ਨੂੰ ਜੋੜਨਾ ਤੇ ਧਰਮ ਦੀ ਕਿਰਤ ਕਰਨੀ, ਵੰਡ ਕੇ ਛਕਣਾ, ਇਹ ਅਮਲੀ ਸਿੱਖਿਆ ਗੁਰੂ ਪਾਤਸ਼ਾਹ ਜੀ ਨੇ ਕਰਤਾਰਪੁਰ ਦੇ ਵਿੱਚ ਰਹਿ ਕੇ ਦਿੱਤੀ, ਜਿੱਥੇ ਕਰਤਾਰਪੁਰ ਭਾਈ ਲਹਿਣਾ ਜੀ ਦਾ ਵੀ ਮਿਲਾਪ ਗੁਰੂ ਪਾਤਸ਼ਾਹ ਜੀ ਦੇ ਨਾਲ ਹੁੰਦਾ ਹੈ। ਅਚਲ, ਮੁਲਤਾਨ ਤੇ ਸਿਆਲਕੋਟ ਦੀ ਪ੍ਰਚਾਰ ਫੇਰੀ ਸਮੇਂ ਮਾਰਚ 1539 ਵਿੱਚ ਸ਼ਿਵਰਾਤਰੀ ਦੇ ਮੌਕੇ ਤੇ ਬਟਾਲੇ ਦੇ ਨੇੜੇ ਅਚਲ ਗਏ। ਗੁਰੂ ਪਾਤਸ਼ਾਹ ਜੀ ਚਰਚਾ ਹੋਈ, ਫਿਰ ਮੁਲਤਾਨ ਤੇ ਸਿਆਲਕੋਟ ਹੋ ਕੇ ਕਰਤਾਰਪੁਰ ਆਏ ਸੀ ਮਾਰਚ 1539 ਵਿੱਚ, ਤੇ ਗੁਰੂ 1500 ਅੱਗੇ ਜਿਹੜਾ ਜੀਵਨ ਸਮਾਪਤੀ ਹੁੰਦੀ ਹੈ, ਜਿਹਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ
1532 ਦੇ ਵਿੱਚ ਗੁਰੂ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਉਂਦੇ ਨੇ। ਸਤਿਗੁਰਾਂ ਨੇ ਜਪ, ਓਅੰਕਾਰ, ਤੁਖਾਰੀ ਰਾਗ ਦਾ 12ਵਾਂ ਵਿੱਚ ਆਸਾ ਦੀ ਵਾਰ ਵੀ ਕਰਤਾਰਪੁਰ ਦੇ ਵਿੱਚ ਹੀ ਸਤਿਗੁਰੂ ਨੇ ਲਿਖੀ। ਇਹ ਜਿਹੜੀਆਂ ਬਾਣੀਆਂ ਦੇ ਨਾਮ ਨੇ ਹੁਣ ਮੱਤ ਦੇ ਬਾਰੇ ਆਮ ਕਰਕੇ ਯੋਗ ਮੱਤ ਦੇ ਵਿੱਚ ਜਿੰਨਾ ਕੁ ਸਾਨੂੰ ਮਿਲਦਾ ਹੈ ਵਿਚਾਰ ਚਰਚਾ ਕਰਾਂਗਾ ਕਿ ਇਸ ਕਿਤਾਬਚੇ ਵਿੱਚ ਲਿਖਿਆ ਹੈ ਕਿ ਯੋਗ ਮੱਤ ਹੈ ਸ਼ਿਵ ਜੀ ਦੇ ਭਗਤ ਹਨ, ਜਿਸ ਨੂੰ ਉਹ ਮਹਾਯੋਗੀ ਤੇ ਪਹਿਲਾ ਯੋਗੀ ਜ਼ਿਆਦਾਤਰ ਭੈਰੋਂ ਦੀ ਪੂਜਾ ਕਰਦੇ ਨੇ। ਭੈਰੋਂ ਨੂੰ ਉਹ ਸ਼ਿਵ ਜੀ ਦਾ ਅਵਤਾਰ ਮੰਨਦੇ ਹਨ। ਭੈਰੋਂ ਦੀ ਪੂਜਾ ਤਾਂ ਕਰਦੇ ਆ ਕਿਉਂਕਿ ਉਹਨੂੰ ਸ਼ਿਵ ਦਾ ਅਵਤਾਰ ਮੰਨਿਆ ਜਾਂਦਾ ਹੈ। ਯੋਗ ਮੱਤ ਵਾਲੇ ਇਹ ਯੋਗ ਮੱਤ ਬਾਰੇ ਜਿਹੜੀ ਵਿਚਾਰ ਆਪਾਂ ਹੁਣ ਸ਼ੁਰੂ ਕਰ ਰਹੇ ਹਾਂ ਤੇ ਗੁਰਮਤਿ ਦਾ ਫਲਸਫਾ ਅੱਗੇ ਆਪਾਂ ਸਿੱਧ ਗੋਸ਼ਟ ਦੀ ਬਾਣੀ ਦੇ ਵਿੱਚੋਂ ਸ਼ੁਰੂ ਕਰਦੇ ਰਵਾਂਗੇ। ਇਹ ਭਾਗ ਪਹਿਲੇ ਦੇ ਵਿੱਚ ਆਪਾਂ ਅੱਜ ਸ਼ੁਰੂ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਬਾਰੇ ਕੁਝ ਵਿਚਾਰ ਚਰਚਾ ਤੇ ਹੁਣ ਯੋਗ ਮੱਤ ਬਾਰੇ। ਯੋਗ ਮੱਤ ਦੇ 12 ਪੰਥ ਨੇ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ। ਹੁਣ 12 ਪੰਥ ਕਿਹੜੇ ਨੇ? ਪਹਿਲਾ ਪੰਥ ਹੈ ਹੇਤੂ, ਭਾਵ, ਆਈ, ਪਾਗਲ, ਗੋਪਾਲ, ਕੰਬੜੀ, ਬਨ, ਧਵਜ, ਚੋਲੀ, ਰਾਵਲ ਅਤੇ ਦਾਸ। ਜਿਹੜਾ ਆਈ ਪੰਥ ਹੈ, ਯੋਗੀ ਆਪਣੇ ਪੰਥ ਨੂੰ ਸਰਵੋਤਮ ਮੰਨਦੇ ਹਨ। ਆਈ ਪੰਥ ਦੇ ਜਿਹੜੇ ਯੋਗੀ ਨੇ ਉਹ ਆਪਣੇ ਆਪ ਨੂੰ ਬਾਕੀ ਜਿਹੜੇ 11 ਪੰਥਾਂ ਦੇ ਵਿੱਚੋਂ ਸਭ ਤੋਂ ਸ੍ਰੇਸ਼ਟ ਮੰਨਦੇ ਨੇ ਵੀ ਸਾਡੇ ਵਰਗਾ ਤਪੱਸਵੀ, ਗੁਣੀ, ਗਿਆਨੀ, ਕਰਾਮਾਤੀ ਕੋਈ ਹੋਰ ਨਹੀਂ ਹੋ ਸਕਦਾ। ਪਹਿਲਾਂ ਪਹਿਲ ਯੋਗ ਨੂੰ ਗਿਆਨ ਦਾ ਮਤ ਕਿਹਾ ਜਾਂਦਾ ਸੀ। ਯੋਗੀ ਮਨ ਦੀਆਂ ਬਿਰਤੀਆਂ, ਲਹਿਰਾਂ, ਤਰੰਗਾਂ ਤੇ ਕੰਟਰੋਲ ਕਰਨ ਲਈ ਬਹੁਤ ਕਰੜੀਆਂ ਸਾਧਨਾਵਾਂ ਸਾਧਦੇ ਸਨ ਤੇ ਬੜੇ ਸਖਤ ਡਿਸਿਪਲਿਨ ਦੇ ਵਿੱਚ ਬੜੇ ਸਖਤ ਕਠੋਰ ਜੀਵਨ ਜਿਉਣ ਦਾ ਤਰੀਕਾ ਉਹਨਾਂ ਦਾ ਅਪਣਾਇਆ ਹੋਇਆ ਸੀਗਾ। ਸਮਾਂ ਪਾ ਕੇ ਇਸ ਮੱਤ ਦੇ ਵਿੱਚ ਵਿਗਾੜ ਆ ਗਿਆ। ਆਮ ਕਰਕੇ ਹਰੇਕ ਮੱਤ ਦੇ ਵਿੱਚ ਕਦੇ ਕੋਈ ਨਾ ਕੋਈ ਵਿਗਾੜ ਜਿਹੜਾ ਹੈ ਉਹ ਆਈ ਜਾਂਦਾ ਹੈ। ਕਠਿਨ ਸਾਧਨਾਵਾਂ ਦੀ ਥਾਂ ਆਦਿਕ ਨਸ਼ਿਆਂ ਨੇ ਲੈ ਲਈ। ਅੱਗੇ ਜਿਹੜੇ ਆਪਣੇ ਸਰੀਰ ਨੂੰ ਬੜੀਆਂ ਸਖਤ ਤਪੱਸਿਆਵਾਂ ਦੇ ਨਾਲ ਸਾਧਦੇ ਸਨ, ਲੰਮਾ ਸਮਾਂ ਬੈਠ ਕੇ ਭਗਤੀ ਕਰਨ ਦੀ ਜੋ ਕਹਾਣੀ ਆਉਂਦੀ ਹੈ ਵੀ ਚੌਂਕੜੇ ਲਾ ਬੈਠ ਜਾਣਾ, ਸਮਾਧੀਆਂ ਲਾ ਕੇ ਬੈਠ ਜਾਣਾ, ਪਰ ਸਮਾਂ ਪਾ ਕੇ ਇਸ ਯੋਗ ਮੱਤ ਦੇ ਵਿੱਚ ਸ਼ਰਾਬ ਪੀ ਕੇ ਨਸ਼ੇ ਵਿੱਚ ਤੁੰਨ ਹੋ ਕੇ ਬੈਠ ਜਾਂਦੇ ਸੀ, ਕਿਉਂਕਿ ਪਤਾ ਹੀ ਨਹੀਂ ਲੱਗਦਾ ਸੀ ਸਰੀਰ ਕਿੱਥੇ ਪਿਆ ਕਿੱਥੇ ਨਹੀਂ ਪਿਆ, ਕਿੱਥੇ ਬੈਠਾ ਕਿੱਥੇ ਨਹੀਂ ਬੈਠਾ, ਗੰਦਾ ਥਾਂ ਚੰਗਾ ਥਾਂ, ਮੰਦਾ ਉੱਚਾ ਨੀਵਾਂ, ਕੁਛ ਨਹੀਂ ਪਤਾ ਲੱਗਦਾ ਸੀ। ਨਸ਼ਾ ਕਰਨ ਲੱਗ ਪਏ ਯੋਗੀ। ਇੱਥੇ ਬਸ ਨਹੀਂ, ਕਈ ਯੋਗੀ ਮਾਸ ਵੀ ਖਾਣ ਲੱਗ ਪਏ। ਗਿਆਨ ਦੀ ਥਾਂ ਭੇਖਾਂ ਨੇ ਲੈ ਲਈ। ਹੁਣ ਗਿਆਨ ਨਹੀਂ ਯੋਗੀਆਂ ਕੋਲ। ਚੇਤਾ ਰੱਖਿਓ, ਯੋਗੀ ਅੱਜ ਵੀ ਬਹੁਤ ਮਿਲ ਜਾਂਦੇ ਨੇ ਯੋਗ ਮੱਤ ਦੇ ਧਾਰਨੀ ਯੋਗੀ ਬਣੇ ਹੋਏ, ਕੰਨਾਂ ਵਿੱਚ ਮੁੰਦਰਾਂ ਪਾਈਆਂ ਤੇ ਭਗਵੇਂ ਕੱਪੜੇ ਪਾਏ, ਇੱਕ ਬਾਂਹ ਦੇ ਵਿੱਚ ਗੋਦੜੀ ਪਾਈ ਹੋਈ, ਡੰਡਾ ਹੱਥ ਵਿੱਚ ਸ਼ੰਖ ਫੜਿਆ ਹੋਇਆ, ਪੈਰਾਂ ਵਿੱਚ ਖੜਾਮਾਂ ਪਾਈਆਂ ਹੋਈਆਂ ਆਦਿਕ, ਪਿੰਡੇ ਤੇ ਸਵਾਹ ਮਲੀ ਹੋਈ, ਭਭੂਤੀ ਲਾਈ ਹੋਈ, ਇੱਦਾਂ ਦੇ ਆਦਿਕ ਮਿਲ ਜਾਂਦੇ। ਪਰ ਅੱਜ ਦੇ ਯੋਗੀਆਂ ਦੇ ਕੋਲ ਉਹ ਗਿਆਨ ਨਹੀਂ। ਸੋਚ ਕੇ ਵੇਖੋ, ਸਿੱਧ ਗੋਸ਼ਟ ਬਾਣੀ ਤੁਸੀਂ ਆਪ ਸਾਰੇ ਧਿਆਨ ਨਾਲ ਸੁਣਦੇ ਰਹੇ ਹੋ ਰੋਜ਼-ਰੋਜ਼, ਤੁਹਾਨੂੰ ਇਹਦੇ ਵਿੱਚ ਹੀ ਬਹੁਤ ਕੁਝ ਪਤਾ ਲੱਗ ਜਾਵੇਗਾ ਕਿ ਯੋਗੀਆਂ ਦੇ ਸਵਾਲ ਕਿਹੋ ਜਿਹੇ ਸਨ। ਤੇ ਅੱਜ ਦੇ ਯੋਗੀ ਨੂੰ ਸਵਾਲ ਪੁੱਛ ਕੇ ਵੇਖ ਲਓ,
ਉਹਨੂੰ ਇਸ ਚੀਜ਼ ਬਾਰੇ ਬਿਲਕੁਲ ਨਹੀਂ ਪਤਾ। ਤੁਸੀਂ ਸਿੱਧ ਗੋਸ਼ਟ ਬਾਣੀ ਆਪਣੇ ਘਰਾਂ ਦੇ ਵਿੱਚ ਮੋਬਾਈਲ ਦੇ ਵਿੱਚ ਗੁਰਬਾਣੀ ਜਿਹੜੀ ਆਈ ਗ੍ਰੰਥ ਦੀ ਐਪ ਆ ਜਾਂ ਗੁਰਬਾਣੀ ਸਰਚਰ ਐਪ ਆ, ਉਹਦੇ ਵਿੱਚ ਸਿੱਧ ਗੋਸ਼ਟ ਦੀ ਬਾਣੀ ਨੂੰ ਅਰਥਾਂ ਸਮੇਤ ਪੜ੍ਹੋ। ਸਭ ਤੋਂ ਸੌਖਾ ਟੀਕਾ ਕੀਤਾ ਹੋਇਆ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ, ਜਿਹੜਾ ਜ਼ਿਆਦਾਤਰ ਵਿਦਵਾਨਾਂ ਵੱਲੋਂ ਮਾਨਤਾ ਪ੍ਰਾਪਤ ਆ। ਵੈਸੇ ਗੁਰਬਾਣੀ ਆਪਣਾ ਸਟੀਕ ਆਪ ਹੀ ਹੈ, ਗੁਰ ਕੀ ਬਾਣੀ ਗੁਰ ਤੇ ਜਾਤੀ। ਗੁਰੂ ਦੀ ਬਾਣੀ ਗੁਰੂ ਤੋਂ ਹੀ ਜਾਣੀ ਜਾ ਸਕਦੀ ਹੈ। ਸਿਰਫ ਵਿਆਕਰਨਕ ਰੂਪ ਦੇ ਵਿੱਚ ਕਈ ਅਰਥਾਂ ਦੇ ਅਨਰਥ ਨਾ ਹੋ ਜਾਣ, ਇਸ ਕਰਕੇ ਉਸ ਨੂੰ ਸਮਝਾਇਆ ਗਿਆ ਪ੍ਰੋਫੈਸਰ ਸਾਹਿਬ ਸਿੰਘ ਜੀ ਵੱਲੋਂ। ਪਰ ਪ੍ਰੋਫੈਸਰ ਸਾਹਿਬ ਸਿੰਘ ਜੀ ਅੰਤਮ ਨਹੀਂ ਵੀ ਉਸ ਤੋਂ ਬਿਨਾਂ ਕੋਈ ਹੋਰ ਸਟੀਕ ਲਿਖ ਨਹੀਂ ਸਕਦਾ। ਅੱਗੇ ਹੁਣ ਸਾਡਾ ਵੀਰ ਹੈ ਬਹੁਤ ਪਿਆਰਾ ਅਤੇ ਬਹੁਤ ਹੀ ਗਿਆਨਵਾਨ ਹਰਜਿੰਦਰ ਸਿੰਘ ਘੜਸਾਣਾ, ਉਹ ਇਹਨਾਂ ਬਾਣੀਆਂ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਸਰਚ ਕਰਦੇ ਪਏ ਨੇ, ਖੋਜ ਕਰਦੇ ਪਏ ਨੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਵੀ ਇਹ ਜਿਹੜਾ ਬਾਣੀਆਂ ਦੇ ਪ੍ਰਤੀ ਹੋਰ ਵੀ ਗਿਆਨ ਮਿਲੇਗਾ। ਸੋ ਜਿਹੜੇ ਪਹਿਲਾਂ ਯੋਗੀ ਸਨ, ਉਹ ਗਿਆਨ ਉਹਨਾਂ ਨੂੰ ਬਹੁਤ ਹੁੰਦਾ ਸੀ, ਪਰ ਅੱਜ ਦੇ ਨਹੀਂ ਭੇਖਾਂ ਵਿੱਚ। ਅੱਜ ਕੱਲ੍ਹ ਜਿਹੜੇ ਯੋਗੀ ਨੇ ਉਹ ਰੁਦਰਾਕਸ਼ ਦੀ ਮਾਲਾ ਪਾਉਂਦੇ ਨੇ, ਰੁਦਰਾਕਸ਼ ਦੀ। ਗੋਰਖਨਾਥ ਦੇ ਪੰਥ ਦੇ ਯੋਗੀ ਕੰਨ ਪੜਾਉਂਦੇ ਨੇ, ਕੰਨਾਂ ਵਿੱਚ ਲੱਕੜੀ, ਸ਼ੀਸ਼ੇ ਜਾਂ ਪੱਥਰ ਦੀਆਂ ਵੱਡੀਆਂ ਵੱਡੀਆਂ ਮੁੰਦਰਾਂ ਪਾਉਂਦੇ ਨੇ। ਇਹਨਾਂ ਦੇ ਨਾਮ ਪਿੱਛੇ ਨਾਥ ਲਫ਼ਜ਼ ਆਉਂਦਾ ਹੈ। ਜਿਹੜੇ ਗੋਰਖਨਾਥ ਦੇ ਚੇਲੇ ਨੇ, ਗੋਰਖ ਨੂੰ ਗੁਰੂ ਮੰਨਦੇ ਨੇ, ਉਹ ਜਿੰਨੇ ਨਾਥ ਨੇ ਗੋਰਖ ਨੂੰ ਮੰਨਣ ਵਾਲੇ, ਉਹ ਸਾਰੇ ਦੇ ਸਾਰੇ ਆਪਣੇ ਨਾਂ ਪਿੱਛੇ ਨਾਥ ਲਿਖਾਉਂਦੇ ਨੇ। ਔਗੜ ਜਾਂ ਓਗੜ ਯੋਗੀ ਦਾਸ ਦੇ ਯੋਗ ਦਾ ਅਰਥ ਜਾਂ ਕਠਿਨ ਤਰੀਕਿਆਂ ਦੇ ਨਾਲ ਤਪੱਸਿਆ ਸਾਧਨਾ ਦੇ ਵਿੱਚ ਸਾਧਨਾ, ਇਸ ਨੂੰ ਗੁਰਮਤਿ ਦੇ ਪ੍ਰਵਾਨ ਨਹੀਂ ਕੀਤਾ ਕਿ ਸਰੀਰ ਨੂੰ ਕਸ਼ਟ ਦੇ ਕੇ ਰੱਬ ਮਿਲ ਜਾਵੇਗਾ। ਨਹੀਂ, ਸਤਿਗੁਰੂ ਕਹਿੰਦੇ ਮਨ ਵਸ ਆਵੇ ਨਾਨਕਾ ਤਾਂ ਪੂਰਨ ਕਿਰਪਾ ਹੋਵੇ। ਪੂਰਨ ਕਿਰਪਾ ਹੋਵੇ, ਮਨ ਵਸ ਆਵੇ ਨਾਨਕਾ, ਪੂਰਨ ਕਿਰਪਾ ਆ ਜਾਂਦਾ ਹੈ ਤਾਂ ਉਦੋਂ ਪੂਰਨ ਤੌਰ ਤੇ ਕਿਰਪਾ ਹੁੰਦੀ ਹੈ। ਗੁਰੂ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਵਿੱਚ ਵੀ ਕਿਹਾ, ਮਨ ਜਿੱਤ ਲਿਆ ਤਾਂ ਸਮਝ ਜਗਤ ਨੂੰ ਜਿੱਤ ਲਿਆ। ਯੋਗ ਦੇ ਅਰਥ ਕੀ ਨੇ? ਯੋਗ ਦੇ ਅਰਥ ਨੇ ਮਨ ਦੀ ਚੰਚਲ ਪ੍ਰਕਿਰਿਆ ਨੂੰ ਰੋਕਣਾ, ਭਾਵ ਕਿ ਜਿਵੇਂ ਕਿ ਬਾਣੀ ਨੇ ਵੀ ਦੱਸਿਆ, ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ। ਅਸਲ ਯੋਗ ਦੇ ਅਰਥ ਕੀ ਨੇ? ਉਹ ਇਹ ਨੇ ਵੀ ਆਪਣੇ ਮਨ ਨੂੰ ਆਸੇ ਪਾਸਿਓਂ ਭੱਜਣੋਂ ਰੋਕਣਾ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਨਿੰਦਾ, ਦਵੈਸ਼, ਵੈਰ ਵਿਰੋਧ ਦੀ ਭਾਵਨਾ ਦੇ ਵਿੱਚੋਂ ਮਨ ਨੂੰ ਕੰਟਰੋਲ ਕਰ ਲੈਣਾ, ਰੋਕ ਲੈਣਾ। ਮਨ ਦੀ ਚੇਤਨਤਾ ਨੂੰ ਰੋਕ ਕੇ ਆਪਣੇ ਅਧੀਨ ਕਰ ਲੈਣਾ, ਆਪਣੇ ਆਪ ਦੇ, ਭਾਵ ਕਿ ਸੱਚ ਦੇ ਅਧੀਨ ਕਰ ਲੈਣਾ। ਜਿੱਧਰ ਚਲਾਉਣਾ ਚਾਹੀਏ ਚਲਾ ਸਕੀਏ। ਜਦੋਂ ਫਿਰ ਕਰਮ ਕਰਾਂਗੇ, ਫਿਰ ਕਮਲ ਨਹੀਂ, ਭਰਮ ਨਹੀਂ, ਪਖੰਡ ਨਹੀਂ, ਕਿਸੇ ਕਿਸਮ ਦਾ ਕੋਈ ਵੀ ਇੱਦਾਂ ਦਾ ਵਿਕਲਪ ਮਨ ਵਿੱਚ ਨਹੀਂ ਆਵੇਗਾ ਜਿਹੜਾ ਸਰੀਰ ਨੂੰ ਕਸ਼ਟ ਦਵਾਵੇ। ਫਿਰ ਜਦੋਂ ਮਨ ਕੰਟਰੋਲ 'ਚ ਆ ਤਾਂ ਸਾਰਾ ਕੁਛ ਹੀ ਫਿਰ ਜਿੱਤ ਲਿਆ ਜਾਂਦਾ ਹੈ। ਯੋਗ ਅਨੁਸ਼ਾਸਨ ਦਾ ਉਦੇਸ਼ ਇਹੀ ਹੈ ਕਿ ਚਿੱਤ ਜਾਂ ਮਨ ਦਾ ਦਾਸ ਨਾ ਬਣੇ, ਆਪਣਾ ਦਾਸ ਬਣਾ। ਇਹ ਯੋਗ ਦੇ ਅਰਥ ਨੇ ਜਿਹੜੇ ਗੁਰਦੇਵ ਸਿੰਘ ਨੇ ਲਿਖੇ ਨੇ। ਖੋਜ ਪੱਤਰਿਕਾ ਨਵੰਬਰ 1969 ਦੇ ਵਿੱਚ ਪੰਨਾ ਨੰਬਰ 219 'ਤੇ ਛਪਿਆ ਸੀ ਇਹ।